ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਐਗਜ਼ਾਮ ਪਲੱਸ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਮਾਸਟਰ ਕੈਡਰ ਦੇ ਰਿਗਾਰਡਿੰਗ ਗੱਲਬਾਤ ਕਰਾਂਗੇ, ਜਿਸ ਵਿੱਚ ਆਪਾਂ ਪੋਲੀਟੀਕਲ ਸਾਇੰਸ ਦਾ ਪੇਪਰ ਡਿਸਕਸ ਕਰਾਂਗੇ ਜੋ ਪਿੱਛੇ ਹੋਇਆ ਸੀ। ਅਤੇ ਇਹਦੇ ਵਿੱਚ ਆਪਾਂ ਅੱਜ ਜੋ ਕੁਐਸਚਨ ਡਿਸਕਸ ਕਰਾਂਗੇ ਪੋਲੀਟੀਕਲ ਸਾਇੰਸ ਦੇ ਹੀ ਹੋਣਗੇ ਸਾਰੇ, ਠੀਕ ਹੈ। ਔਰ ਜੋ ਕੁਐਸਚਨ ਹੋਣਗੇ ਉਹਨਾਂ ਨੂੰ ਆਪਾਂ ਫੁੱਲ ਡਿਟੇਲ ਦੇ ਨਾਲ ਐਕਸਪਲੇਨ ਕਰਾਂਗੇ। ਤਾਂ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਹੈ। ਅਗਰ ਵੀਡੀਓ ਤੁਹਾਨੂੰ ਪਸੰਦ ਆਉਂਦਾ ਤਾਂ ਵੀਡੀਓ ਨੂੰ ਲਾਈਕ ਕਰਿਓ ਔਰ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਕੁਐਸਚਨ। ਆਪਣਾ ਪਹਿਲਾ ਕੁਐਸਚਨ ਹੈ, ਜੋ 93rd ਅਮੈਂਡਮੈਂਟ ਸੀ ਕੌਂਸਟੀਟਿਊਸ਼ਨ ਦਾ, ਉਹ ਕਿਹਦੇ ਨਾਲ ਡੀਲ ਕਰਦਾ ਹੈ, ਠੀਕ ਹੈ। 93ਵੀਂ ਸੰਵਿਧਾਨਿਕ ਸੋਧ ਸੰਬੰਧਿਤ ਹੈ। ਅਤੇ ਇਹਦਾ ਰਾਈਟ ਆਨਸਰ ਹੈ ਸੀ ਆਪਸ਼ਨ, ਰਿਜ਼ਰਵੇਸ਼ਨ ਆਫ OBC ਇਨ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ। ਜੋ 93rd ਅਮੈਂਡਮੈਂਟ ਸੀ ਉਹ ਕਦੋਂ ਐਡ ਕੀਤਾ ਗਿਆ ਸੀ? 2005 ਦੇ ਵਿੱਚ। ਕਾਹਦੇ ਲਈ ਸੀ? OBC ਦੀ ਐਜੂਕੇਸ਼ਨਲ ਇੰਸਟੀਟਿਊਸ਼ਨ ਲਈ ਸੀਗਾ, ਠੀਕ ਹੈ। ਜੇ ਆਪਾਂ ਗੱਲ ਕਰੀਏ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀ, ਤਾਂ ਇਹਨੂੰ 73ਵੇਂ ਸੰਵਿਧਾਨ ਸੰਸ਼ੋਧਨ ਦੇ ਵਿੱਚ ਐਡ ਕੀਤਾ ਗਿਆ ਸੀ, ਜਦੋਂ 73ਵਾਂ ਸੰਵਿਧਾਨ ਸੰਸ਼ੋਧਨ ਕੀਤਾ ਗਿਆ ਸੀ। ਔਰ ਇਹਦੇ ਵਿੱਚ ਆਪਾਂ 29 ਸਬਜੈਕਟ 'ਤੇ ਕਾਨੂੰਨ ਬਣਾ ਸਕਦੇ ਹਾਂ ਔਰ ਇਹ 9ਵੇਂ ਪਾਰਟ ਦੇ ਵਿੱਚ ਐਡ ਕੀਤਾ ਗਿਆ ਸੀ, ਠੀਕ ਹੈ। ਜੇ ਆਪਾਂ ਗੱਲ ਕਰੀਏ ਫੰਡਾਮੈਂਟਲ ਡਿਊਟੀਜ਼ ਦੀ, ਫੰਡਾਮੈਂਟਲ ਡਿਊਟੀ ਦਾ ਆਰਟੀਕਲ ਹੁੰਦਾ 51A, ਠੀਕ ਹੈ। ਔਰ ਇਹ ਪਹਿਲਾਂ 10 ਫੰਡਾਮੈਂਟਲ ਡਿਊਟੀ ਐਡ ਕੀਤੀਆਂ ਗਈਆਂ ਸੀ। ਉਸ ਤੋਂ ਬਾਅਦ ਇੱਕ ਅਮੈਂਡਮੈਂਟ ਕੀਤਾ ਗਿਆ ਸੀਗਾ, ਜਿਹੜਾ ਸੀ 86ਵਾਂ ਅਮੈਂਡਮੈਂਟ 86, ਯਾਨੀ ਕਿ 2005 ਦੇ ਵਿੱਚ 2002 ਦੇ ਵਿੱਚ। ਤਾਂ ਉਹਦੇ ਵਿੱਚ 11ਵੀਂ ਫੰਡਾਮੈਂਟਲ ਡਿਊਟੀ ਵੀ ਐਡ ਕੀਤੀ ਗਈ ਸੀ, ਠੀਕ ਹੈ। ਔਰ ਜੋ ਫੰਡਾਮੈਂਟਲ ਡਿਊਟੀ ਐਡ ਕੀਤੀਆਂ ਗਈਆਂ ਸੀ ਉਹ ਕਦੋਂ ਕੀਤੀਆਂ ਗਈਆਂ ਸੀ? ਜਦੋਂ ਆਪਾਂ 42ਵਾਂ ਸੰਵਿਧਾਨ ਸੰਸ਼ੋਧਨ ਕੀਤਾ ਗਿਆ ਸੀ 1976 ਦੇ ਵਿੱਚ। ਜੇ ਆਪਾਂ ਨੂੰ ਪੁੱਛਿਆ ਜਾਂਦਾ ਹੈ ਕਿ ਫੰਡਾਮੈਂਟਲ ਡਿਊਟੀਜ਼ ਕਦੋਂ ਐਡ ਕੀਤੀਆਂ ਗਈਆਂ ਸੀ, ਤਾਂ ਉਹਦਾ ਰਾਈਟ ਆਨਸਰ ਹੋਊਗਾ 42nd ਅਮੈਂਡਮੈਂਟ 1976, ਯਾਨੀ ਕਿ 42ਵਾਂ ਸੰਵਿਧਾਨ ਸੰਸ਼ੋਧਨ 1976। ਔਰ ਜੇ ਪੁੱਛਿਆ ਜਾਂਦਾ ਹੈ ਕਿ 11ਵੀਂ ਜੋ ਫੰਡਾਮੈਂਟਲ ਡਿਊਟੀ ਹੈ ਉਹ ਕਦੋਂ ਐਡ ਕੀਤੀ ਗਈ ਸੀ, ਤਾਂ ਉਹਦਾ ਰਾਈਟ ਆਨਸਰ ਹੋਊਗਾ 86, ਯਾਨੀ ਕਿ 86ਵੀਂ ਸੰਵਿਧਾਨ ਸੰਸ਼ੋਧਨ 2002। ਨੈਕਸਟ ਕੁਐਸਚਨ ਆਪਣਾ, ਐਂਟੀ ਡਿਫੈਕਸ਼ਨ ਲਾਅ ਵਾਜ਼ ਪਲੇਸਡ ਇਨ, ਯਾਨੀ ਕਿ ਐਂਟੀ ਡਿਫੈਕਸ਼ਨ ਕਾਨੂੰਨ ਸ਼ਾਮਿਲ ਕੀਤਾ ਗਿਆ ਸੀ। ਤਾਂ ਕਦੋਂ ਸ਼ਾਮਿਲ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ 10ਵੀਂ ਸੰਵਿਧਾਨ ਸੂਚੀ ਦੇ ਵਿੱਚ, ਯਾਨੀ ਕਿ 10th ਸ਼ਡਿਊਲ ਆਫ ਕੌਂਸਟੀਟਿਊਸ਼ਨ। ਸੰਵਿਧਾਨ ਦੀ 10ਵੀਂ ਸੂਚੀ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਐਡ ਕੀਤਾ ਗਿਆ ਸੀ। ਐਂਟੀ ਡਿਫੈਕਸ਼ਨ ਲਾਅ ਕੀ ਹੁੰਦਾ ਕਿ ਇਹਦਾ ਹੁੰਦਾ ਦਲ ਬਦਲ ਦੇ ਕਾਨੂੰਨ, ਠੀਕ ਹੈ। ਵੀ ਆਪਾਂ ਕੋਈ ਜਿਵੇਂ ਪਾਰਟੀ ਜਿੱਤ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੋਈ ਬੰਦਾ ਦਲ ਬਦਲਦਾ ਹੈ, ਤਾਂ ਉਹਦੇ ਵਿਰੁੱਧ ਇਹ ਕਾਨੂੰਨ ਹੁੰਦਾ ਐਂਟੀ ਡਿਫੈਕਸ਼ਨ ਲਾਅ। ਤਾਂ ਕਦੋਂ ਐਡ ਕੀਤਾ ਗਿਆ ਸੀ? 10ਵੀਂ ਸੰਵਿਧਾਨ ਸੰਸ਼ੋਧਨ। ਔਰ 10ਵਾਂ ਜੋ ਸੰਵਿਧਾਨ ਸੂਚੀ ਸੀ ਇਹ ਕਦੋਂ ਐਡ ਕੀਤੀ ਗਈ ਸੀ? ਇਹ ਕੀਤੀ ਗਈ ਸੀ 52nd, ਯਾਨੀ ਕਿ 52ਵਾਂ ਸੰਵਿਧਾਨ ਸੰਸ਼ੋਧਨ ਕੀਤਾ ਗਿਆ ਸੀ 1985 ਦੇ ਵਿੱਚ। ਉਦੋਂ ਐਡ ਕੀਤਾ ਗਿਆ ਸੀ 10ਵਾਂ ਸੰਵਿਧਾਨ ਸੰਸ਼ੋਧਨ। ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਬਣਾਇਆ ਗਿਆ ਸੀ ਉਦੋਂ 8 ਸ਼ਡਿਊਲ ਯਾਨੀ ਕਿ ਸੂਚੀਆਂ ਬਣਾਈਆਂ ਗਈਆਂ ਸੀ। ਉਸ ਤੋਂ ਬਾਅਦ ਐਡ ਕਰਕੇ 12 ਸੂਚੀਆਂ ਬਣਾ ਦਿੱਤੀਆਂ ਗਈਆਂ ਸੀ। ਔਰ 10ਵੀਂ ਦੇ ਵਿੱਚ ਐਡ ਕੀਤਾ ਗਿਆ ਸੀ ਐਂਟੀ ਡਿਫੈਕਸ਼ਨ ਲਾਅ। ਜੇ ਆਪਾਂ ਗੱਲ ਕਰੀਏ ਪ੍ਰੈਂਬਲ ਦੀ, ਤਾਂ ਪ੍ਰੈਂਬਲ ਕੀ ਹੈ? ਇੱਕ ਪ੍ਰਸਤਾਵਨਾ ਹੈ ਜਿਹਦੇ ਵਿੱਚ ਲਿਖਿਆ ਹੋਇਆ ਵੀ ਦਾ ਪੀਪਲ ਆਫ ਇੰਡੀਆ, ਠੀਕ ਹੈ। ਔਰ ਇਹ ਆਪਾਂ USA ਤੋਂ ਲਿਆ ਗਿਆ ਸੀ। ਜਿਹੜਾ ਪ੍ਰੈਂਬਲ ਦਾ ਆਈਡੀਆ ਸੀ ਉਹ ਕਿੱਥੋਂ ਲਿਆ ਗਿਆ ਸੀ? USA ਤੋਂ। ਅਤੇ ਜੇ ਆਪਾਂ ਗੱਲ ਕਰੀਏ ਪ੍ਰੈਂਬਲ ਨੂੰ ਆਇਡੈਂਟੀਟੀ ਕਾਰਡ ਕਿਹਨੇ ਕਿਹਾ ਸੀ, ਤਾਂ ਉਹ ਕੌਣ ਸੀ? NA ਪਾਲਖੀਵਾਲਾ। ਇਹ ਕੁਐਸਚਨ ਵੀ ਆਉਂਦਾ ਹੁੰਦਾ ਵੀ ਪ੍ਰੈਂਬਲ ਨੂੰ ਕੌਂਸਟੀਟਿਊਸ਼ਨ ਦਾ ਆਇਡੈਂਟੀ ਕਾਰਡ ਕਿਹਨੇ ਕਿਹਾ ਸੀ? NA ਪਾਲਖੀਵਾਲਾ ਨੇ। ਔਰ ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ ਕਿਹਨੂੰ ਕਿਹਾ ਸੀ ਪ੍ਰੈਂਬਲ ਨੇ? ਤਾਂ ਉਹ ਸੀ ਠਾਕਰ ਦਾਸ ਭਾਰਗਵ। ਠਾਕਰ ਦਾਸ ਭਾਰਗਵ ਨੇ ਕਿਹਾ ਸੀ ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ। ਜੇ ਪ੍ਰੈਂਬਲ ਨੂੰ ਹੋਰੋਸਕੋਪ ਕਿਹਨੇ ਕਿਹਾ ਸੀ? ਹੋਰੋਸਕੋਪ ਇੰਡੀਅਨ ਕੌਂਸਟੀਟਿਊਸ਼ਨ, ਤਾਂ ਉਹ ਕਿਹਨੇ ਕਿਹਾ ਸੀ? KM ਮੁੰਸ਼ੀ ਨੇ। KM ਮੁੰਸ਼ੀ ਨੇ ਕਿਹਾ ਸੀ ਹੋਰੋਸਕੋਪ ਆਫ ਇੰਡੀਅਨ ਕੌਂਸਟੀਟਿਊਸ਼ਨ ਪ੍ਰੈਂਬਲ ਨੂੰ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਫੰਡਾਮੈਂਟਲ ਡਿਊਟੀਜ਼ ਦੀ। ਇਹਦਾ B ਆਪਸ਼ਨ ਹੈ ਫੰਡਾਮੈਂਟਲ ਰਾਈਟਸ। ਤਾਂ ਇਹ ਵੀ ਆਪਾਂ USA ਤੋਂ ਲੈ ਗਏ ਸੀ ਫੰਡਾਮੈਂਟਲ ਰਾਈਟਸ ਵੀ, ਜਿਨ੍ਹਾਂ ਦਾ ਆਰਟੀਕਲ ਹੁੰਦਾ 12 ਤੋਂ ਲੈ ਕੇ 35 ਤੱਕ। ਨੈਕਸਟ ਕੁਐਸਚਨ ਹੈ ਆਪਣਾ, ਹੂ ਗਿਵਸ ਰਿਕੋਗਨੀਸ਼ਨ ਟੂ ਦੀ ਪੋਲੀਟੀਕਲ ਪਾਰਟੀ ਇਨ ਇੰਡੀਆ, ਵੀ ਜਿਹੜੀਆਂ ਆਪਣੇ ਭਾਰਤ ਦੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਮਾਨਤਾ ਕੌਣ ਦਿੰਦਾ ਹੈ? ਤਾਂ ਇਹਦਾ ਰਾਈਟ ਆਨਸਰ ਹੈ ਇਲੈਕਸ਼ਨ ਕਮਿਸ਼ਨ, ਯਾਨੀ ਕਿ ਚੋਣ ਆਯੋਗ। ਚੋਣ ਆਯੋਗ ਹੀ ਪਾਰਟੀਆਂ ਨੂੰ ਰਿਕੋਗਨੀਸ਼ਨ ਦਿੰਦਾ ਹੈ ਔਰ ਉਹ ਚੋਣ ਕਮਿਸ਼ਨ ਹੀ ਪਾਰਟੀਆਂ ਨੂੰ ਜੋ ਇਹਨਾਂ ਦੇ ਚੋਣ ਨਿਸ਼ਾਨ ਹੁੰਦੇ ਨੇ ਸਾਰੀਆਂ ਚੀਜ਼ਾਂ ਇਹੀ ਪ੍ਰੋਵਾਈਡ ਕਰਵਾਉਂਦਾ ਹੈ। ਜੇ ਆਪਾਂ ਇਲੈਕਸ਼ਨ ਕਮਿਸ਼ਨ ਦੀ ਗੱਲ ਕਰੀਏ ਤਾਂ ਇਲੈਕਸ਼ਨ ਕਮਿਸ਼ਨ ਕਦੋਂ ਬਣਾਇਆ ਗਿਆ ਸੀ? 25 ਜਨਵਰੀ 1950 ਦੇ ਵਿੱਚ।
ਔਰ 25 ਜਨਵਰੀ ਨੂੰ ਹੀ ਨੈਸ਼ਨਲ ਵੋਟਰ ਡੇ ਹੁੰਦਾ ਹੈ। ਨੈਸ਼ਨਲ ਵੋਟਰ ਡੇ, ਠੀਕ ਹੈ, 25 ਜਨਵਰੀ ਨੂੰ ਹੀ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ ਚੋਣ ਆਯੋਗ ਬਣਿਆ ਸੀ। 1950 ਦੇ ਵਿੱਚ ਬਣਾਇਆ ਗਿਆ ਸੀ ਔਰ ਚੋਣ ਆਯੋਗ ਦਾ ਹੈੱਡਕੁਆਟਰ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ। ਜੇ ਆਪਾਂ ਗੱਲ ਕਰੀਏ ਤਾਂ ਇਲੈਕਸ਼ਨ ਕਮਿਸ਼ਨ ਦਾ ਜੋ ਸਭ ਤੋਂ ਪਹਿਲਾ ਚੀਫ ਸੀ ਉਹ ਕੌਣ ਸੀਗਾ? ਉਹ ਸੀ ਸੁਕੁਮਾਰ ਸੇਨ। ਸੁਕੁਮਾਰ ਸੇਨ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨਰ ਸੀ। ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਐਟ ਪ੍ਰੈਜੈਂਟ 2022 ਦੇ ਵਿੱਚ ਕੌਣ ਹੈ? ਤਾਂ ਉਹ ਹੈ ਸੁਸ਼ੀਲ ਚੰਦਰਾ। ਸੁਸ਼ੀਲ ਚੰਦਰਾ ਇਲੈਕਸ਼ਨ ਕਮਿਸ਼ਨਰ ਨੇ ਹੁਣ ਦੇ ਐਟ ਪ੍ਰੈਜੈਂਟ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਅਦਰ ਆਪਸ਼ਨ ਦੀ। ਸੁਪਰੀਮ ਕੋਰਟ। ਸੁਪਰੀਮ ਕੋਰਟ ਦਾ ਆਰਟੀਕਲ ਹੈ 124। 124 ਆਰਟੀਕਲ ਦੇ ਵਿੱਚ ਲਿਖਿਆ ਹੋਇਆ ਸੁਪਰੀਮ ਕੋਰਟ ਬਾਰੇ। ਔਰ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਤਾਂ ਆਰਟੀਕਲ 214, ਯਾਨੀ ਕਿ ਸੁਪਰੀਮ ਕੋਰਟ ਦਾ ਜੇ ਆਪਾਂ ਇੱਕ ਬਾਅਦ ਲਾ ਦਈਏ, ਇਹਦੇ ਚੱਕ ਕੇ ਪਿੱਛੇ ਕਰ ਦਈਏ 2 ਦੇ, ਤਾਂ ਉਹਦਾ ਆਰਟੀਕਲ ਬਣ ਜਾਂਦਾ ਹਾਈ ਕੋਰਟ ਦਾ। ਨੈਕਸਟ ਕੁਐਸਚਨ ਹੈ, ਭਾਰਤ ਦਾ ਸੰਵਿਧਾਨ ਹੋਂਦ ਵਿੱਚ ਕਦੋਂ ਆਇਆ ਸੀ? ਯਾਨੀ ਕਿ ਦੀ ਕਨਸਟੀਟਿਊਸ਼ਨ ਆਫ ਇੰਡੀਆ ਕੈਮ ਇਨਟੂ ਫੋਰਸ। ਭਾਰਤ ਦਾ ਸੰਵਿਧਾਨ ਜਦੋਂ ਆਇਆ ਸੀ ਉਹ ਸੀ 26 ਜਨਵਰੀ 1950। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ, ਠੀਕ ਹੈ। ਔਰ 1949 ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ। ਭਾਰਤ ਦਾ ਸੰਵਿਧਾਨ ਬਣਨ ਵਿੱਚ 2 ਸਾਲ 11 ਮਹੀਨੇ ਔਰ 18 ਦਿਨ ਲੱਗੇ ਸੀ, ਠੀਕ ਹੈ ਜੀ। ਅਤੇ ਇਹਦੇ ਵਿੱਚ 64 ਲੱਖ ਦਾ ਖਰਚਾ ਆ ਗਿਆ ਸੀ। 64 ਲੱਖ ਦਾ ਖਰਚਾ ਆ ਗਿਆ ਸੀ, ਜਿਹਦੇ ਵਿੱਚ 80,000 ਵਰਡ ਲਿਖੇ ਗਏ ਸੀ ਸੰਵਿਧਾਨ ਦੇ ਵਿੱਚ, ਠੀਕ ਹੈ। ਇਹ ਤੁਸੀਂ ਸਾਰਾ ਯਾਦ ਰੱਖਣਾ। ਜੇ ਆਪਾਂ ਤੋਂ ਪੁੱਛਿਆ ਜਾਂਦਾ ਕਿ ਜੋ ਸੰਵਿਧਾਨ ਦੇ ਵਿੱਚ ਆਪਾਂ ਲਿਖਿਆ ਉਹਦਾ 75% ਹਿੱਸਾ ਆਪਾਂ ਕਿੱਥੋਂ ਲੈ ਗਿਆ, ਤਾਂ ਉਹ ਗੌਰਮੈਂਟ ਆਫ ਇੰਡੀਆ ਐਕਟ 1935 ਦੇ ਹਿੱਸੇ ਵਿੱਚੋਂ ਲਿਆ ਗਿਆ 75% ਸੰਵਿਧਾਨ ਦਾ, ਠੀਕ ਹੈ। ਨੈਕਸਟ ਕੁਐਸਚਨ ਹੈ, ਇੰਡੀਅਨ ਫੈਡਰਲਿਜ਼ਮ ਕਲੋਜ਼ਲੀ ਰਿਸੈਂਬਲ ਟੂ ਦੀ ਫੈਡਰਲਿਜ਼ਮ ਆਫ। ਵੀ ਯਾਨੀ ਕਿ ਜੋ ਭਾਰਤੀ ਸੰਘਵਾਦ ਇਸ ਦੇ ਸੰਘਵਾਦ ਨਾਲ ਬਹੁਤ ਮਿਲਦਾ ਜੁਲਦਾ ਹੈ। ਕਿਸ ਦੇ ਸੰਘਵਾਦ ਨਾਲ ਮਿਲਦਾ ਹੈ? ਤਾਂ ਇਹਦਾ ਰਾਈਟ ਆਨਸਰ ਹੈ ਕੈਨੇਡਾ। ਕੈਨੇਡਾ ਦੇ ਸੰਵਿਧਾਨ ਨਾਲ ਆਪਣਾ ਸੰਘਵਾਦ ਬਹੁਤ ਮਿਲਦਾ, ਕਿਉਂਕਿ ਆਪਾਂ ਇੱਥੋਂ ਹੀ ਫੈਡਰਲਿਜ਼ਮ ਦਾ ਜੋ ਕੰਸੈਪਟ ਸੀ ਉਹ ਲਿਆ ਗਿਆ ਸੀ। ਫੈਡਰਲਿਜ਼ਮ ਹੁੰਦਾ ਕੀ ਹੈ ਕਿ ਇੱਕ ਖੇਤਰ ਹੁੰਦਾ ਉਹਦੇ ਇੱਕ ਖੇਤਰ ਨੂੰ 2 ਪੱਧਰਾਂ ਦੀਆਂ ਸਰਕਾਰਾਂ ਨਿਯੰਤਰਿਤ ਕਰਦੀਆਂ ਨੇ, ਤਾਂ ਉਹਨੂੰ ਕੀ ਬੋਲਦੇ ਆ? ਫੈਡਰਲਿਜ਼ਮ ਬੋਲਦੇ ਆ। ਹੁਣ ਆਪਾਂ ਜੇ ਗੱਲ ਕਰੀਏ ਕੈਨੇਡਾ ਤੋਂ ਕੀ ਲਿਆ ਗਿਆ ਸੀ? ਫੈਡਰਲਿਜ਼ਮ। ਅਤੇ ਕੈਨੇਡਾ ਤੋਂ ਹੋਰ ਕਿਹੜੀਆਂ ਚੀਜ਼ਾਂ ਲਈਆਂ ਗਈਆਂ ਸੀ ਜੋ ਆਪਣੇ ਸੰਵਿਧਾਨ ਦੇ ਵਿੱਚ ਵਰਤੀਆਂ ਜਾਂਦੀਆਂ ਨੇ? ਤਾਂ ਆਪਾਂ ਲਿਆ ਗਿਆ ਸੀ ਪੋਸਟ ਆਫ ਗਵਰਨਰ। ਜੋ ਗਵਰਨਰ ਦੀ ਪੋਸਟ ਹੈ ਉਹ ਕਿੱਥੋਂ ਲਈ ਗਈ ਹੈ? ਕੈਨੇਡਾ ਤੋਂ ਲਈ ਗਈ ਹੈ। ਔਰ ਯੂਨਿਟਰੀ ਪਾਵਰ ਹੁੰਦੀਆਂ ਨੇ ਜਿਹੜੀਆਂ ਆਪਣੀਆਂ, ਤਾਂ ਉਹ ਵੀ ਕੈਨੇਡਾ ਤੋਂ ਲਈਆਂ ਗਈਆਂ ਨੇ। ਤਾਂ ਹੁਣ ਆਪਾਂ ਗੱਲ ਕਰੀਏ USA ਦੀ। USA ਤੋਂ ਆਪਾਂ ਕੀ ਲਿਆ ਗਿਆ? ਆਈਡੀਆ ਆਫ ਪ੍ਰੈਂਬਲ, ਠੀਕ ਹੈ। ਯਾਨੀ ਕਿ ਪ੍ਰੈਂਬਲ ਦਾ ਆਈਡੀਆ ਜਿਹੜਾ ਆਪਾਂ ਲਿਆ ਉਹ ਕਿੱਥੋਂ ਲਿਆ? USA ਤੋਂ। ਔਰ ਫੰਡਾਮੈਂਟਲ ਰਾਈਟਸ ਇਹ ਵੀ USA ਤੋਂ ਲਏ ਗਏ ਨੇ। ਇੰਪੀਚਮੈਂਟ ਦਾ ਪ੍ਰੋਸੈਸ ਜੋ ਆਪਾਂ ਰਾਸ਼ਟਰਪਤੀ ਦੇ ਮਹਾਭਿਯੋਗ ਚਲਾਉਂਦੇ ਆ ਉਹਨੂੰ ਪਦ ਤੋਂ ਉਤਾਰਨ ਵਾਸਤੇ, ਤਾਂ ਉਹ ਵੀ ਆਪਾਂ ਇੰਪੀਚਮੈਂਟ ਦਾ ਕਿੱਥੋਂ ਲਿਆ ਗਿਆ? USA ਤੋਂ। ਅਤੇ ਪੋਸਟ ਆਫ ਪ੍ਰੈਜ਼ੀਡੈਂਟ ਵੀ USA ਤੋਂ ਲਈ ਗਈ ਹੈ। ਇਲੈਕਸ਼ਨ ਆਫ ਪ੍ਰੈਜ਼ੀਡੈਂਟ ਵੀ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਹੋਣੇ ਚਾਹੀਦੇ ਹੈ, ਉਹ ਚੀਜ਼ ਵੀ ਕਿੱਥੋਂ ਲਈ ਗਈ ਹੈ? USA ਤੋਂ, ਠੀਕ ਹੈ। ਆਪਾਂ ਹੁਣ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਤੋਂ ਕੀ ਲਿਆ ਗਿਆ? ਜੋ ਆਪਾਂ ਪ੍ਰੈਂਬਲ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਲੈਂਗੁਏਜ ਯੂਜ਼ ਕਰਦੇ ਹਾਂ, ਤਾਂ ਉਹਦਾ ਕੰਸੈਪਟ ਵੀ ਆਸਟ੍ਰੇਲੀਆ ਤੋਂ ਲਿਆ ਗਿਆ। ਰਿਲੇਸ਼ਨ ਬਿਟਵੀਨ ਸੈਂਟਰ ਐਂਡ ਸਟੇਟ, ਇਹ ਵੀ ਕਿੱਥੋਂ ਲਏ ਗਏ ਨੇ? ਆਸਟ੍ਰੇਲੀਆ ਤੋਂ। ਜਿਹੜੀ ਪਾਰਲੀਮੈਂਟ ਦੀ ਜੁਆਇੰਟ ਸਿਟਿੰਗ ਹੁੰਦੀ ਆ ਆਰਟੀਕਲ 108 ਦੇ ਅੰਡਰ, ਤਾਂ ਉਹ ਵੀ ਆਪਾਂ ਕਿੱਥੋਂ ਲਈ ਗਈ ਹੈ? ਉਹ ਵੀ ਆਸਟ੍ਰੇਲੀਆ ਤੋਂ ਲਈ ਗਈ ਹੈ। ਔਰ ਕਨਕਰੰਟ ਲਿਸਟ, ਠੀਕ ਹੈ, ਇਹ ਵੀ ਕਿੱਥੋਂ ਲਿਆ ਗਿਆ? ਆਸਟ੍ਰੇਲੀਆ ਤੋਂ। ਹੁਣ ਆਪਾਂ ਰਸ਼ੀਆ ਦੀ ਗੱਲ ਕਰੀਏ ਤਾਂ ਰਸ਼ੀਆ ਤੋਂ ਆਪਾਂ ਕੀ ਲਿਆ ਗਿਆ? ਆਈਡੀਆ ਆਫ ਪੋਲੀਟੀਕਲ ਇਕਨੋਮਿਕਸ ਐਂਡ ਸੋਸ਼ਲ ਜਸਟਿਸ ਦਾ ਜੋ ਆਈਡੀਆ ਉਹ ਆਪਾਂ ਰੂਸ ਤੋਂ ਲਿਆ ਗਿਆ। ਔਰ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਆਪਾਂ ਨੇ ਉਹ ਵੀ ਰਸ਼ੀਆ ਤੋਂ ਲਈਆਂ ਗਈਆਂ ਨੇ। ਜਿਹੜਾ ਆਪਣਾ 5 ਈਅਰ ਪਲਾਨ ਹੁੰਦਾ ਉਹ ਵੀ ਆਪਾਂ ਰਸ਼ੀਆ ਤੋਂ ਲਿਆ ਹੋਇਆ। ਜੋ 5 ਈਅਰ ਪਲਾਨ ਹੈ ਰਸ਼ੀਆ ਦੇ ਵਿੱਚ ਸਭ ਤੋਂ ਪਹਿਲਾਂ ਕਿਹੜੇ ਲੀਡਰ ਨੇ ਲਾਂਚ ਕੀਤਾ ਸੀ? ਤਾਂ ਉਹਦਾ ਨਾਮ ਸੀ ਜੋਸਫ ਸਟਾਲਿਨ। ਜੋਸਫ ਸਟਾਲਿਨ ਉਹਦਾ ਨਾਮ ਸੀ ਜਿਸ ਨੇ 5 ਈਅਰ ਪਲਾਨ ਸਭ ਤੋਂ ਪਹਿਲਾਂ ਲਾਗੂ ਕੀਤਾ ਸੀ ਰਸ਼ੀਆ ਦੇ ਵਿੱਚ। ਨੈਕਸਟ ਕੁਐਸਚਨ ਆਪਣਾ, ਭਾਰਤ ਦੇ ਸੰਵਿਧਾਨ ਕਬਾਇਲੀ ਕਲਿਆਣ ਲਈ ਵੱਖਰਾ ਮੰਤਰੀ ਮੰਡਲ ਪ੍ਰਦਾਨ ਕਰਦਾ ਹੈ। ਦੀ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡ ਫੋਰ ਸੈਪਰੇਟ ਮਿਨਿਸਟਰੀ ਆਫ ਟਰਾਈਬਲ ਵੈਲਫੇਅਰ। ਯਾਨੀ ਕਿ ਟਰਾਈਬਲ ਵੈਲਫੇਅਰ ਲਈ ਕਿਹੜੇ ਸੈਪਰੇਟ ਮਿਨਿਸਟਰੀ ਉਹ ਕਰਦੇ ਨੇ, ਕਿਹੜੇ ਸਟੇਟ ਦੇ? ਤਾਂ ਉਹ 3 ਸਟੇਟ ਨੇ ਜਿਹੜੇ ਸੈਪਰੇਟ ਉਹ ਕਰਦੇ ਨੇ, ਪ੍ਰੋਵਾਈਡ ਕਰਵਾਉਂਦੇ ਨੇ ਵੈਲਫੇਅਰ ਵਾਸਤੇ ਟਰਾਈਬਲ ਦੇ। ਤਾਂ ਉਹ ਕਿਹੜੇ ਨੇ? ਬਿਹਾਰ ਹੋ ਗਿਆ ਇੱਕ ਤਾਂ, ਜਿਹਦਾ ਰਾਈਟ ਆਨਸਰ ਹੋਊ ਬਿਹਾਰ। ਔਰ MP ਮੱਧ ਪ੍ਰਦੇਸ਼, ਯਾਨੀ ਕਿ
ਤੇ ਉੜੀਸਾ। ਇਹ ਤਿੰਨੇ ਸਟੇਟਾਂ ਦੇ ਵਿੱਚ ਟਰਾਈਬਲ ਵੈਲਫੇਅਰ ਲਈ ਸਪੈਸ਼ਲ ਮਿਨਿਸਟਰੀ ਕੀਤੀ ਜਾਂਦੀ ਹੈ। ਤਾਂ ਇਹ ਕਿਹੜੇ ਆਰਟੀਕਲ ਦੇ ਅੰਡਰ ਆਉਂਦੀ ਹੈ? 164 ਦੇ, ਯਾਨੀ ਕਿ 164 ਅੰਡਰ ਆਰਟੀਕਲ ਦੇ ਹੁੰਦੀ ਹੈ ਟਰਾਈਬਲ ਮਿਨਿਸਟਰੀ ਦੇ, ਜੋ ਵੈਲਫੇਅਰ ਪ੍ਰੋਵਾਈਡ ਕਰਵਾਉਂਦੇ ਆ। ਨੈਕਸਟ ਕੁਐਸਚਨ ਆਪਣਾ, ਜੋ ਜਸਟਿਸ ਸਰਕਾਰੀਆ ਕਮਿਸ਼ਨ ਸੀ ਉਹ ਕਦੋਂ ਕੰਸਟੀਟਿਊਟ ਕੀਤਾ ਗਿਆ ਸੀ? ਤਾਂ ਕਾਹਦੇ ਲਈ ਕੰਸਟੀਟਿਊਟ ਕੀਤਾ ਗਿਆ ਸੀ ਜਸਟਿਸ ਸਰਕਾਰੀਆ ਕਮਿਸ਼ਨ? ਤਾਂ ਉਹ ਕੀਤਾ ਗਿਆ ਸੀ ਆਪਸ਼ਨ ਏ ਸੈਂਟਰ ਸਟੇਟ ਰਿਲੇਸ਼ਨ ਲਈ। ਸਰਕਾਰੀਆ ਕਮਿਸ਼ਨ ਬਣਾਇਆ ਕਾਹਦੇ ਵਾਸਤੇ ਗਿਆ ਸੀ? ਸੈਂਟਰ ਸਟੇਟ ਦੇ ਰਿਲੇਸ਼ਨਸ਼ਿਪ ਵਾਸਤੇ ਬਣਾਇਆ ਗਿਆ ਸੀ। ਅਤੇ ਇਹ ਬਣਾਇਆ ਕਦੋਂ ਗਿਆ ਸੀ? 1983 ਦੇ ਵਿੱਚ। ਜਸਟਿਸ ਸੀ ਜੋ ਆਪਣੇ ਰਣਜੀਤ ਸਿੰਘ ਸਰਕਾਰੀਆ, ਉਹਨਾਂ ਦੇ ਨਾਮ 'ਤੇ ਇਹ ਰੱਖਿਆ ਗਿਆ ਸੀ ਔਰ ਉਹੀ ਇਸ ਦੇ ਚੇਅਰਮੈਨ ਸੀ। ਅਗਰ ਪੁੱਛਿਆ ਜਾਂਦਾ ਹੈ ਕਿ ਸਰਕਾਰੀਆ ਕਮਿਸ਼ਨ ਬਣਾਇਆ ਕਦੋਂ ਗਿਆ ਸੀ ਤਾਂ ਉਹਦਾ ਰਾਈਟ ਆਨਸਰ ਹੋਊਗਾ 1983। ਔਰ ਇਹਦੇ ਚੇਅਰਮੈਨ ਕੌਣ ਸੀ? ਜਸਟਿਸ ਰਣਜੀਤ ਸਿੰਘ ਸਰਕਾਰੀਆ। ਠੀਕ ਹੈ। ਤਾਂ ਅਗਰ ਪੁੱਛਿਆ ਜਾਂਦਾ ਹੈ ਕਿ ਉਦੋਂ ਕਿਸ ਦੀ ਸਰਕਾਰ ਸੀ, ਯਾਨੀ ਕਿ PM ਕੌਣ ਸੀ, ਤਾਂ ਉਦੋਂ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਇਹ ਜਸਟਿਸ ਸਰਕਾਰੀਆ ਕਮਿਸ਼ਨ ਸੀ ਉਹ ਬਣਾਇਆ ਗਿਆ ਸੀ। ਬਣਾਇਆ ਕਿਹਦੇ ਲਈ ਗਿਆ ਸੀ? ਸੈਂਟਰ ਸਟੇਟ ਰਿਲੇਸ਼ਨ ਲਈ। ਠੀਕ ਹੈ ਜੀ। ਜੇ ਆਪਾਂ ਗੱਲ ਕਰੀਏ ਡੀ ਆਪਸ਼ਨ ਦੀ, ਸਟੇਟ ਉੱਤਰਾਖੰਡ ਕਦੋਂ ਬਣਾਇਆ ਗਿਆ ਸੀ? ਉੱਤਰਾਖੰਡ ਆਪਣਾ ਭਾਰਤ ਦਾ 27ਵਾਂ ਸਟੇਟ ਬਣਿਆ ਸੀ, ਜੋ ਬਣਿਆ ਸੀ 9 ਨਵੰਬਰ 2000 ਦੇ ਵਿੱਚ। 2000 ਦੇ ਵਿੱਚ 27ਵਾਂ ਸਟੇਟ ਬਣਿਆ ਸੀ ਆਪਣਾ ਉੱਤਰਾਖੰਡ। ਔਰ 26ਵਾਂ ਬਣਿਆ ਸੀ ਛੱਤੀਸਗੜ੍ਹ। ਛੱਤੀਸਗੜ੍ਹ ਬਣਿਆ ਸੀ 26ਵਾਂ 1 ਨਵੰਬਰ 2000 ਦੇ ਵਿੱਚ। ਇਹ ਤਿੰਨ ਸਟੇਟ ਸੀ। ਇੱਕ ਜੋ ਆਪਣਾ ਬਣਿਆ ਸੀ 28ਵਾਂ ਝਾਰਖੰਡ, ਇਹ ਬਣਿਆ ਸੀ 15 ਨਵੰਬਰ 2000 ਦੇ ਵਿੱਚ। ਇਹ ਤਿੰਨੋਂ ਸਟੇਟ 1 ਨਵੰਬਰ ਦੇ ਮਹੀਨੇ ਵਿੱਚ ਹੀ ਬਣਾਏ ਗਏ ਸੀ 2000 ਸਾਲ ਦੇ ਵਿੱਚ। ਠੀਕ ਹੈ। ਇੱਕ ਬਣਾਇਆ ਛੱਤੀਸਗੜ੍ਹ ਬਣਾਇਆ ਗਿਆ ਸੀ 1 ਨਵੰਬਰ ਨੂੰ, ਔਰ ਉੱਤਰਾਖੰਡ ਬਣਾਇਆ ਗਿਆ ਸੀ, ਪਹਿਲਾਂ ਉੱਤਰਾਖੰਡ ਨੂੰ ਉੱਤਰਾਂਚਲ ਬੋਲਿਆ ਜਾਂਦਾ ਸੀ, ਔਰ ਇਹ ਆਪਣਾ 27ਵਾਂ ਸਟੇਟ ਸੀਗਾ ਅਤੇ 9 ਨਵੰਬਰ 2000 ਨੂੰ। ਔਰ 28ਵਾਂ ਬਣਾਇਆ ਗਿਆ ਸੀਗਾ ਝਾਰਖੰਡ 15 ਨਵੰਬਰ 2000 ਨੂੰ। ਅਤੇ ਨੈਕਸਟ ਕੁਐਸਚਨ ਆਪਣਾ, ਹੂ ਸੈਡ ਪਬਲਿਕ ਓਪੀਨੀਅਨ ਕੰਸਿਸਟ ਆਫ ਓਪੀਨੀਅਨ ਹੈਲਡ ਬਾਏ ਪਬਲਿਕ ਐਟ ਏ ਸੈਂਟਰ। ਇਹ ਕੋਈ ਵਾਕ ਕਹੇ ਗਏ ਨੇ। ਠੀਕ ਹੈ। ਲੋਕ ਮਤ ਵਿੱਚ ਇੱਕ ਨਿਸ਼ਚਿਤ ਸਮੇਂ 'ਤੇ ਲੋਕਾਂ ਦੁਆਰਾ ਦਿੱਤੀ ਰਾਏ ਸ਼ਾਮਿਲ ਹੁੰਦੀ ਹੈ। ਇਹ ਕਿਹਨੇ ਕਿਹਾ ਸੀ? ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਏ ਰੋਬਰਟ ਏ ਡਾਇਨ ਨੇ। ਠੀਕ ਹੈ। ਰੋਬਰਟ ਏ ਡਾਇਨ ਨੇ ਇਹ ਜੋ ਲਾਈਨ ਹੈ ਇਹ ਕਹੀ ਗਈ ਸੀ। ਨੈਕਸਟ ਕੁਐਸਚਨ ਹੈ, ਆਫ ਦੀ ਵੇਰੀਅਸ ਇੰਡੈਕਸ ਆਫ ਪਬਲਿਕ ਓਪੀਨੀਅਨ ਇਨ ਡੈਮੋਕ੍ਰੇਸੀ ਦਾ ਲੀਸਟ ਇੰਪੋਰਟੈਂਟ। ਮਤਲਬ ਲੋਕਤੰਤਰ ਵਿੱਚ ਲੋਕ ਮਤ ਦੀ ਕ੍ਰਮ ਸੂਚੀ ਵਿੱਚ ਸਭ ਤੋਂ ਘੱਟ ਮਹੱਤਵਪੂਰਨ ਕਿਹੜਾ ਹੈ? ਤਾਂ ਇਹਦਾ ਹੈ ਰਾਈਟ ਆਪਸ਼ਨ ਮਲਟੀ ਪਾਰਟੀ ਸਿਸਟਮ। ਠੀਕ ਹੈ। ਮਲਟੀ ਪਾਰਟੀ ਸਿਸਟਮ ਇਹਦੇ ਅੰਡਰ ਨਹੀਂ ਆਉਂਦਾ ਡੈਮੋਕ੍ਰੇਸੀ ਦੇ ਵਿੱਚ। ਜੇ ਆਪਾਂ ਗੱਲ ਕਰੀਏ ਟ੍ਰੈਂਡ ਸਟੱਡੀ ਆਫ ਵੋਟਿੰਗ ਬਿਹੇਵੀਅਰ, ਇਹ ਵੀ ਹੋਣਾ ਚਾਹੀਦਾ। ਫਰੀਡਮ ਆਫ ਪ੍ਰੈਸ ਵੀ ਹੋਣੀ ਚਾਹੀਦੀ ਹੈ। ਅਤੇ ਰਿਸਪੋਂਸਿਵ ਬਿਹੇਵੀਅਰ ਆਫ ਅਥਾਰਟੀ ਨੂੰ ਵੀ ਪੂਰਾ ਰਿਸਪੋਂਸਿਵ ਬਿਹੇਵੀਅਰ ਹੋਣਾ ਚਾਹੀਦਾ। ਠੀਕ ਹੈ ਜੀ। ਤਾਂ ਨੈਕਸਟ ਕੁਐਸਚਨ ਆਪਣਾ, ਫੰਡਾਮੈਂਟਲ ਰਾਈਟਸ ਗਰਾਂਟਡ ਇਨ ਦੀ ਇੰਡੀਅਨ ਕਨਸਟੀਟਿਊਸ਼ਨ ਕੈਨ ਬੀ ਸਸਪੈਂਡਡ ਓਨਲੀ ਬਾਈ। ਜਿਹੜੇ ਆਪਣੇ ਫੰਡਾਮੈਂਟਲ ਰਾਈਟਸ ਹੁੰਦੇ ਨੇ ਉਹ ਕਦੋਂ ਸਸਪੈਂਡ ਕੀਤੇ ਜਾਂਦੇ ਨੇ? ਤਾਂ ਉਹ ਕਦੋਂ ਸਸਪੈਂਡ ਕੀਤੇ ਜਾਂਦੇ ਆ? ਇਹਦਾ ਰਾਈਟ ਆਨਸਰ ਹੈ ਰਾਸ਼ਟਰਪਤੀ ਇਹ ਪ੍ਰੋਕਲੇਮੇਸ਼ਨ ਆਫ ਨੈਸ਼ਨਲ ਐਮਰਜੈਂਸੀ। ਜਦੋਂ ਆਪਣੀ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਉਦੋਂ ਹੀ ਫੰਡਾਮੈਂਟਲ ਰਾਈਟਸ ਆਪਣੇ ਸਸਪੈਂਡ ਕੀਤੇ ਜਾਂਦੇ ਨੇ। ਜੇ ਆਪਾਂ ਨੈਸ਼ਨਲ ਐਮਰਜੈਂਸੀ ਦੀ ਗੱਲ ਕਰੀਏ ਤਾਂ ਤਿੰਨ ਤਰੀਕੇ ਨਾਲ ਐਮਰਜੈਂਸੀ ਲੱਗਦੀ ਹੈ। ਔਰ ਜੋ ਐਮਰਜੈਂਸੀ ਦਾ ਕੰਸੈਪਟ ਸੀ ਉਹ ਆਪਾਂ ਲਿਆ ਕਿੱਥੋਂ ਸੀ? ਕਿਹੜੇ ਦੇਸ਼ ਤੋਂ? ਜਰਮਨੀ ਤੋਂ। ਇਹ ਵੀ ਤੁਸੀਂ ਯਾਦ ਰੱਖਣਾ। ਔਰ ਐਮਰਜੈਂਸੀ ਪਾਰਟ 18ਵੇਂ ਦੇ ਵਿੱਚ ਰੱਖਿਆ ਗਿਆ ਇਹਨੂੰ। ਔਰ ਇਹ 352 ਆਰਟੀਕਲ ਤੋਂ ਲੈ ਕੇ 360 ਆਰਟੀਕਲ ਤੱਕ ਕੰਮ ਕਰਦੀ ਹੈ ਐਮਰਜੈਂਸੀ। ਔਰ 352 ਆਰਟੀਕਲ ਦੇ ਵਿੱਚ ਲਿਖਿਆ ਹੋਇਆ ਨੈਸ਼ਨਲ ਐਮਰਜੈਂਸੀ ਬਾਰੇ। ਔਰ 356 ਦੇ ਵਿੱਚ ਲਿਖਿਆ ਹੋਇਆ ਪ੍ਰੈਜ਼ੀਡੈਂਟ ਰੂਲ ਜਾਂ ਸਟੇਟ ਰੂਲ ਬੋਲਦੇ ਇਹਨੂੰ। ਔਰ 360 ਦੇ ਵਿੱਚ ਲਿਖਿਆ ਹੋਇਆ ਫਾਈਨੈਂਸ਼ੀਅਲ ਐਮਰਜੈਂਸੀ, ਯਾਨੀ ਕਿ ਵਿੱਤ ਕਾਲ ਹੁੰਦਾ ਜਿਹੜਾ ਆਪਣਾ, ਉਹ 360 ਦੇ ਵਿੱਚ। 360 ਆਰਟੀਕਲ ਜੋ ਅੱਜ ਤੱਕ ਵੀ ਆਪਣੇ ਸੰਵਿਧਾਨ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ, ਕਿਉਂਕਿ ਆਪਣੇ ਕਦੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗੀ ਦੇਸ਼ ਦੇ ਵਿੱਚ। ਜੇ ਕੁਐਸਚਨ ਪੁੱਛਿਆ ਜਾਂਦਾ ਤਾਂ ਵੀ ਕਿਹੜਾ ਆਰਟੀਕਲ ਹੈ ਜੋ ਹਜੇ ਤੱਕ ਨਹੀਂ ਵਰਤਿਆ ਗਿਆ, ਤਾਂ ਉਹ ਆਰਟੀਕਲ ਹੋਊਗਾ 360, ਕਿਉਂਕਿ ਆਪਣੇ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗੀ। ਠੀਕ ਹੈ। ਜੇ ਹੁਣ ਆਪਾਂ ਗੱਲ ਕਰੀਏ ਜੋ ਨੈਸ਼ਨਲ ਐਮਰਜੈਂਸੀ ਹੈ ਉਹ ਹੁਣ ਤੱਕ 3 ਵਾਰ ਲੱਗ ਚੁੱਕੀ ਹੈ। ਇੱਕ ਵਾਰ ਲੱਗੀ ਸੀ 1962 ਦੇ ਵਿੱਚ ਜਦੋਂ ਇੰਡੀਆ ਅਤੇ ਚਾਈਨਾ ਵਾਰ ਹੋਇਆ ਸੀ। ਫਿਰ ਲੱਗੀ ਸੀ 1971 ਦੇ ਵਿੱਚ ਜਦੋਂ ਇੰਡੀਆ ਅਤੇ ਪਾਕਿਸਤਾਨ ਦਾ ਯੁੱਧ ਹੋਇਆ ਸੀਗਾ। ਫਿਰ ਲੱਗੀ ਸੀ 1975 ਦੇ ਵਿੱਚ ਇੰਟਰਨਲ ਡਿਸਟਰਬੈਂਸ ਕਰਕੇ, ਆਂਤਰਿਕ ਵਿਦਰੋਹ ਹੋ ਗਿਆ ਸੀ ਸਰਕਾਰ ਦੇ ਵਿੱਚ ਹੀ, ਤਾਂ ਉਦੋਂ 1975 ਦੇ ਵਿੱਚ ਲੱਗੀ ਸੀ। ਤਾਂ ਪੁੱਛਿਆ ਜਾਂਦਾ ਨੈਸ਼ਨਲ ਐਮਰਜੈਂਸੀ ਕਿੰਨੇ ਵਾਰ ਲੱਗ ਚੁੱਕੀ ਹੈ, ਤਾਂ ਉਹਦਾ ਰਾਈਟ ਆਨਸਰ ਹੋਊਗਾ 3 ਵਾਰ।
ਜੇ ਕੰਸੈਪਟ ਪੁੱਛਿਆ ਜਾਂਦਾ ਵੀ ਨੈਸ਼ਨਲ ਐਮਰਜੈਂਸੀ ਦਾ ਕੰਸੈਪਟ ਕਿੱਥੋਂ ਲਿਆ ਗਿਆ, ਤਾਂ ਉਹਦਾ ਰਾਈਟ ਆਨਸਰ ਹੋਊਗਾ ਜਰਮਨੀ, ਔਰ ਪਾਰਟ 18ਵੇਂ ਦੇ ਵਿੱਚ ਰੱਖਿਆ ਗਿਆ ਇਹਨੂੰ, ਪਾਰਟ 18 ਦੇ ਵਿੱਚ। ਇਹਦਾ ਸੀ ਆਪਸ਼ਨ ਹੈ ਅਮੈਂਡਮੈਂਟ ਆਫ ਦੀ ਕੌਨਸਟੀਟਿਊਸ਼ਨ, ਯਾਨੀ ਕਿ ਸੰਵਿਧਾਨ ਵਿੱਚ ਸੰਸ਼ੋਧਨ ਆਪਾਂ ਕਰਨਾ ਹੋਵੇ ਤਾਂ ਉਹਦਾ ਕੰਸੈਪਟ ਕਿੱਥੋਂ ਲਿਆ ਗਿਆ ਸੀ, ਸਾਊਥ ਅਫਰੀਕਾ ਤੋਂ। ਸਾਊਥ ਅਫਰੀਕਾ ਤੋਂ ਇਹਦਾ ਕੰਸੈਪਟ ਲਿਆ ਗਿਆ। ਔਰ ਇਹ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ ਹੈ, ਆਰਟੀਕਲ 368 ਦੇ ਅੰਡਰ ਆਰਟੀਕਲ 368 ਦੇ ਵਿੱਚ ਹੀ ਆਪਾਂ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰ ਸਕਦੇ ਹਾਂ। ਨੈਕਸਟ ਕੁਐਸਚਨ ਆਪਣਾ, ਵਿਚ ਆਰਟੀਕਲ ਆਫ ਕੌਨਸਟੀਟਿਊਸ਼ਨ ਪ੍ਰੋਹੀਬਿਟ ਡਿਸਕ੍ਰਿਮੀਨੇਸ਼ਨ ਔਨ ਦੀ ਬੇਸਿਸ ਆਫ ਰਿਲੀਜਨ, ਕਾਸਟ, ਸੈਕਸ, ਰੇਸ, ਪਲੇਸ ਆਫ ਬਰਥ। ਤਾਂ ਇਹਦਾ ਰਾਈਟ ਆਨਸਰ ਹੈ ਆਰਟੀਕਲ 15। ਤੁਸੀਂ ਮੂਵੀ ਵੀ ਦੇਖੀ ਹੋਣੀ ਆ ਆਯੁਸ਼ਮਾਨ ਖੁਰਾਨਾ ਦੀ, ਆਰਟੀਕਲ 15 'ਤੇ ਮੂਵੀ ਬਣਾਈ ਗਈ ਸੀ, ਠੀਕ ਹੈ। ਤਾਂ ਉਹਦੇ ਵਿੱਚ ਵੀ ਆਪਾਂ ਨੂੰ ਇਹੀ ਦਿਖਾਇਆ ਗਿਆ ਸੀ ਵੀ ਆਪਾਂ ਕਿਸੇ ਬੰਦੇ ਨੂੰ ਨਾ ਤਾਂ ਰਿਲੀਜਨ ਬੇਸ 'ਤੇ, ਨਾ ਕਾਸਟ ਬੇਸ 'ਤੇ, ਨਾ ਸੈਕਸ, ਨਾ ਰੇਸ, ਨਾ ਪਲੇਸ ਆਫ ਬਰਥ 'ਤੇ ਆਪਾਂ ਉਹਨੂੰ ਪ੍ਰੋਹੀਬਿਟ ਕਰ ਸਕਦੇ ਹਾਂ, ਠੀਕ ਹੈ। ਵੀ ਆਪਾਂ ਉਹਨੂੰ ਭੇਦਭਾਵ ਨਹੀਂ ਕਰ ਸਕਦੇ ਆਰਟੀਕਲ 15 ਤਹਿਤ। ਜੇ ਆਰਟੀਕਲ 29 ਦੀ ਗੱਲ ਕਰੀਏ ਤਾਂ 29 ਦੇ ਵਿੱਚ ਕੀ ਲਿਖਿਆ ਗਿਆ, ਤਾਂ ਜੋ ਆਪਣੀਆਂ ਮਿਨੋਰਟੀਜ਼ ਨੇ ਉਹਨਾਂ ਲਈ ਜਿਹੜੇ ਰਾਈਟਸ ਨੇ ਉਹਨਾਂ ਦੀ ਸੁਰੱਖਿਆ ਲਈ ਆਰਟੀਕਲ 29 ਦੇ ਵਿੱਚ ਲਿਖਿਆ ਹੋਇਆ। ਔਰ ਆਰਟੀਕਲ 360 ਦੇ ਵਿੱਚ ਲਿਖਿਆ ਹੋਇਆ ਫਾਈਨੈਂਸ਼ੀਅਲ ਐਮਰਜੈਂਸੀ, ਜੋ ਹਜੇ ਤੱਕ ਆਪਣੇ ਦੇਸ਼ ਵਿੱਚ ਕਦੇ ਵੀ ਨਹੀਂ ਲੱਗੀ। ਤਾਂ ਮੈਂ ਤੁਹਾਨੂੰ ਇੱਕ ਪਿਛਲੇ ਕੁਐਸਚਨ ਦੇ ਵਿੱਚ ਕੁਝ ਹੋਰ ਦੱਸ ਦਿੰਦਾ। ਪਿਛਲੇ ਜੋ ਆਪਣਾ ਫੰਡਾਮੈਂਟਲ ਰਾਈਟਸ ਨੇ ਉਹ 358 ਆਰਟੀਕਲ ਦੇ ਤਹਿਤ, ਆਰਟੀਕਲ 358 ਦੇ ਤਹਿਤ ਜਿਹੜਾ ਆਪਣਾ ਆਰਟੀਕਲ 19 ਹੈ ਫੰਡਾਮੈਂਟਲ ਰਾਈਟਸ ਵਾਲਾ, ਉਹਨੂੰ ਆਪਾਂ ਸਸਪੈਂਡ ਕਰ ਸਕਦੇ ਹਾਂ, ਠੀਕ ਹੈ। ਔਰ ਆਰਟੀਕਲ 359 ਦੇ ਵਿੱਚ ਲਿਖਿਆ ਹੋਇਆ ਹੈ ਕਿ ਆਰਟੀਕਲ 20 ਔਰ ਆਰਟੀਕਲ 21 ਨੂੰ ਛੱਡ ਕੇ ਬਾਕੀ ਸਾਰੇ ਫੰਡਾਮੈਂਟਲ ਰਾਈਟਸ ਸਸਪੈਂਡ ਹੋ ਸਕਦੇ ਹੈ, ਚਾਹੇ ਨੈਸ਼ਨਲ ਐਮਰਜੈਂਸੀ ਹੈ, ਚਾਹੇ ਕੁਛ ਵੀ ਹੈ। ਔਰ 20 ਅਤੇ 21 ਸਸਪੈਂਡ ਨਹੀਂ ਹੋ ਸਕਦੇ, ਇਹਨਾਂ ਨੂੰ ਟਰਮੀਨੇਟ ਨਹੀਂ ਕੀਤਾ ਜਾ ਸਕਦਾ, ਠੀਕ ਹੈ ਜੀ। ਤਾਂ ਹੁਣ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਆਪਣਾ, ਪ੍ਰੈਜ਼ੀਡੈਂਟ ਕਿੰਨੇ ਰਾਜ ਸਭਾ ਦੇ ਵਿੱਚ ਕਿੰਨੇ ਬੰਦਿਆਂ ਨੂੰ ਨੋਮੀਨੇਟ ਕਰ ਸਕਦਾ ਹੈ। ਤਾਂ ਪ੍ਰੈਜ਼ੀਡੈਂਟ ਕਿੰਨੇ ਬੰਦਿਆਂ ਨੂੰ ਨੋਮੀਨੇਟ ਕਰ ਸਕਦਾ, ਇਹਦਾ ਰਾਈਟ ਆਨਸਰ ਹੈ 12 ਬੰਦਿਆਂ ਨੂੰ ਨੋਮੀਨੇਟ ਕਰ ਸਕਦਾ ਰਾਜ ਸਭਾ ਦੇ ਵਿੱਚ। ਰਾਜ ਸਭਾ ਦਾ ਆਰਟੀਕਲ ਕਿੰਨਾ, ਆਰਟੀਕਲ ਹੈ ਰਾਜ ਸਭਾ ਦਾ 80, ਠੀਕ ਹੈ ਜੀ। ਔਰ 80 ਦੇ ਵਿੱਚ, ਆਰਟੀਕਲ 80 ਦੇ ਵਿੱਚ ਲਿਖਿਆ ਹੋਇਆ ਰਾਜ ਸਭਾ ਬਾਰੇ, ਔਰ ਰਾਜ ਸਭਾ ਦੇ ਵਿੱਚ ਪ੍ਰੈਜ਼ੀਡੈਂਟ 12 ਬੰਦੇ ਨੋਮੀਨੇਟ ਕਰ ਸਕਦਾ ਹੈ। ਇਹ 12 ਬੰਦੇ ਕਿਹੜੀ ਫੀਲਡ ਤੋਂ ਹੋ ਸਕਦੇ ਨੇ, ਇਹ ਹੋ ਸਕਦੇ ਨੇ ਆਰਟ ਦੇ ਵਿੱਚੋਂ, ਠੀਕ ਹੈ, ਲਿਟਰੇਚਰ ਦੇ ਵਿੱਚੋਂ ਹੋ ਸਕਦੇ ਹੈ, ਔਰ ਸੋਸ਼ਲ ਵਰਕਰ ਹੋ ਸਕਦੇ ਹੈ, ਅਤੇ ਇਹ ਹੋਰ ਵੀ ਕਿਸੇ ਡਿਪਾਰਟਮੈਂਟ 'ਚੋਂ ਹੋ ਸਕਦੇ ਹੈ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖ। ਜੇ ਆਪਾਂ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ, ਇਹ 52 ਤੋਂ ਲੈ ਕੇ 62 ਤੱਕ ਪ੍ਰੈਜ਼ੀਡੈਂਟ ਦੇ ਆਰਟੀਕਲ ਹੁੰਦੇ ਨੇ। ਔਰ ਜਿਹੜੀ ਪੋਸਟ ਆਪਾਂ ਪ੍ਰੈਜ਼ੀਡੈਂਟ ਦੀ ਉਹ ਕਿੱਥੋਂ ਲਈ ਗਈ ਸੀ, USA ਤੋਂ ਪੋਸਟ ਲਈ ਗਈ ਸੀ ਪ੍ਰੈਜ਼ੀਡੈਂਟ ਦੀ। ਔਰ ਇਲੈਕਸ਼ਨ ਪ੍ਰੋਸੈਸ ਕਿੱਥੋਂ ਲਿਆ ਗਿਆ ਸੀ, ਵੀ ਜੋ ਪ੍ਰੈਜ਼ੀਡੈਂਟ ਦਾ ਆਪਾਂ ਇਲੈਕਸ਼ਨ ਕਰਾਉਂਦੇ ਹਾਂ ਉਹਦੇ ਵਿੱਚ ਸਿਰਫ ਇਲੈਕਟਡ ਮੈਂਬਰ ਹੀ ਵੋਟ ਕਰਦੇ ਨੇ, ਤਾਂ ਉਹਦਾ ਪ੍ਰੋਸੈਸ ਕਿੱਥੋਂ ਲਿਆ ਗਿਆ ਸੀ, ਆਇਰਲੈਂਡ ਤੋਂ ਇਹਦਾ ਪ੍ਰੋਸੈਸ ਲਿਆ ਗਿਆ ਸੀ, ਪੋਸਟ ਲਈ ਗਈ ਸੀ USA ਤੋਂ। ਔਰ ਪ੍ਰੈਜ਼ੀਡੈਂਟ ਦੇ ਆਰਟੀਕਲ ਨੇ 52 ਤੋਂ ਲੈ ਕੇ 62 ਤੱਕ। ਜੇ ਪ੍ਰੈਜ਼ੀਡੈਂਟ ਨੂੰ ਆਪਾਂ ਸ਼ਪਥ ਦਿਲਾਉਣ ਦੀ ਗੱਲ ਕਰਦੇ ਹਾਂ ਵੀ ਜੇ ਸ਼ਪਥ ਲੈਣੀ ਹੋਵੇ ਤਾਂ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ, ਉਹ ਲਿਖਿਆ ਹੋਇਆ 60 ਨੰਬਰ ਆਰਟੀਕਲ ਦੇ ਵਿੱਚ। ਔਰ ਅਗਰ ਪ੍ਰੈਜ਼ੀਡੈਂਟ ਨੂੰ ਉਹਦੀ ਪੋਸਟ ਤੋਂ ਹਟਾਉਣਾ ਹੈ ਤਾਂ ਉਹਦੇ ਲਈ ਆਪਾਂ ਜੋ ਇੰਪੀਚਮੈਂਟ ਚਲਾਉਂਦੇ ਹਾਂ ਉਹ ਕਿਹੜੇ ਆਰਟੀਕਲ ਦੇ ਵਿੱਚ ਲਿਖੀ ਹੋਈ ਹੈ, ਉਹ ਆਰਟੀਕਲ 61 ਦੇ ਵਿੱਚ। ਔਰ ਜੋ ਕੁਆਲੀਫਿਕੇਸ਼ਨ ਹੈ ਪ੍ਰੈਜ਼ੀਡੈਂਟ ਲਈ ਉਹ ਕਿਹੜੇ ਆਰਟੀਕਲ ਦੇ ਵਿੱਚ ਹੈ, ਉਹ ਹੈ 58 ਦੇ ਵਿੱਚ। ਇਹ ਆਰਟੀਕਲ ਇੰਪੋਰਟੈਂਟ ਨੇ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਆਪਣਾ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਕਰੈਕਟਰਿਸਟਿਕਸ ਆਫ ਸੋਸ਼ਲਿਜ਼ਮ, ਯਾਨੀ ਕਿ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਮਾਜਵਾਦ ਦੀ ਵਿਸ਼ੇਸ਼ਤਾ ਨਹੀਂ ਹੈ। ਤਾਂ ਇਹਦਾ ਰਾਈਟ ਆਨਸਰ ਹੈ B, ਇਟ ਸਟਰਾਈਵ ਫੋਰ ਐਵੋਲਿਊਸ਼ਨ ਆਫ ਸਟੇਟ, ਯਾਨੀ ਕਿ ਇਹ ਰਾਜ ਦੇ ਖਾਤਮੇ ਲਈ ਸੰਘਰਸ਼ ਕਰਦਾ। ਇਹ ਰਾਜ ਦੇ ਖਾਤਮੇ ਲਈ ਨਹੀਂ ਸੰਘਰਸ਼ ਕਰਦਾ। ਸੋਸ਼ਲਿਜ਼ਮ ਦਾ ਕੰਮ ਹੀ ਹੁੰਦਾ ਵੀ ਇਹਨੂੰ ਆਪਾਂ ਹੋਰ ਤੋਂ ਹੋਰ ਡਿਵੈਲਪਮੈਂਟ ਕਰੀਏ, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ B। ਨੈਕਸਟ ਕੁਐਸਚਨ ਹੈ, ਮਹਾਤਮਾ ਗਾਂਧੀ ਬਿਲੀਵਡ ਇਨ ਦੀ ਪ੍ਰਿੰਸੀਪਲ ਆਫ ਸੱਤਿਆਗ੍ਰਹਿ ਵਿਚ ਵਾਜ। ਮਹਾਤਮਾ ਗਾਂਧੀ ਜੀ ਕਿਹੜੇ ਪ੍ਰਿੰਸੀਪਲ ਦੇ ਵਿੱਚ ਕੰਮ ਕਰਦੇ ਸੀ, ਤਾਂ ਉਹਨਾਂ ਦਾ ਪ੍ਰਿੰਸੀਪਲ ਸੀ ਨੋਨ ਵਾਇਲੈਂਸ ਦਾ। ਉਹ ਵੀ ਕਦੇ ਅਪੋਜ਼ ਸੀ ਵਾਇਲੈਂਸ ਬਾਏ ਨੋਨ ਵਾਇਲੈਂਸ, ਠੀਕ ਹੈ। ਅਹਿੰਸਾ ਦੁਆਰਾ ਹਿੰਸਾ ਦੇ ਵਿਰੋਧ ਦਾ ਹਥਿਆਰ ਯੂਜ਼ ਕਰਦੇ ਸੀ। ਔਰ ਇਹਨਾਂ ਨੇ ਕਦੇ ਵੀ ਐਂ ਨਹੀਂ ਕਿਹਾ ਸੀ ਆਪਾਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਮਹਾਤਮਾ ਗਾਂਧੀ ਜੀ ਹਮੇਸ਼ਾ ਨੋਨ ਵਾਇਲੈਂਸ ਰਹਿੰਦੇ ਸੀ। ਔਰ ਮਹਾਤਮਾ ਗਾਂਧੀ ਜੀ ਦਾ 30 ਜਨਵਰੀ ਨੂੰ ਸ਼ਹੀਦੀ ਦਿਵਸ ਦੇ ਨਾਲ ਵੀ ਮਨਾਇਆ ਜਾਂਦਾ ਹੈ, ਠੀਕ ਹੈ। ਸ਼ਹੀਦੀ ਦਿਹਾੜਾ ਕਦੋਂ ਮਨਾਇਆ ਜਾਂਦਾ, 30 ਜਨਵਰੀ ਨੂੰ। 30 ਜਨਵਰੀ 1948 ਦੇ ਵਿੱਚ ਨੱਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਜੀ ਦੇ ਗੋਲੀ ਮਾਰੀ ਸੀ। ਔਰ ਜੋ ਮਹਾਤਮਾ ਗਾਂਧੀ ਜੀ ਦੇ ਮਰਨ ਸਮੇਂ ਜੋ ਮੂੰਹ 'ਤੇ
ਬਾਗ ਸੀ ਉਹ ਕੀ ਸੀ? ਹੇ ਰਾਮ, ਹੇ ਰਾਮ। ਇਹ ਕੁਐਸਚਨ ਵੀ ਬਾਰ-ਬਾਰ ਪੁੱਛਿਆ ਜਾਂਦਾ ਹੈ। ਤਾਂ ਮਹਾਤਮਾ ਗਾਂਧੀ ਜੀ ਦੀ ਡੈਥ ਕਦੋਂ ਹੋਈ ਸੀ? 30 ਜਨਵਰੀ 1948 ਦੇ ਵਿੱਚ। ਨੈਕਸਟ ਕੁਐਸਚਨ ਹੈ ਦਾ ਬੇਸਿਕ ਪ੍ਰਿੰਸੀਪਲ ਆਫ ਲਿਬਰਲਿਜ਼ਮ। ਲਿਬਰਲਿਜ਼ਮ ਦਾ ਬੇਸਿਕ ਪ੍ਰਿੰਸੀਪਲ ਕੀ ਹੈ? ਤਾਂ ਇਹਦਾ ਹੈ ਇਕੁਐਲਿਟੀ। ਇਹਦਾ ਰਾਈਟ ਆਨਸਰ ਹੋਵੇਗਾ ਸਮਾਨਤਾ। ਲਿਬਰਲਿਜ਼ਮ ਦੇ ਵਿੱਚ ਕੀ ਆਉਂਦਾ? ਇਕੁਐਲਿਟੀ ਆਉਂਦਾ ਹੈ। ਤਾਂ ਅੱਜ ਆਪਾਂ 15 ਕੁਐਸਚਨ ਹੀ ਡਿਸਕਸ ਕਰਾਂਗੇ, ਤਾਂ ਬਾਕੀ ਕੁਐਸਚਨ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵੀ ਨਾਲ ਦੀ ਨਾਲ ਦੱਬ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲ ਸਕੇ। ਧੰਨਵਾਦ।